ਹੈਲੋ एवरीवन, ਅੱਜ ਅਸੀਂ ਪੰਜਾਬੀ ਦਾ ਅਗਲਾ ਪਾਠ ਪੜ੍ਹਨ ਜਾ ਰਹੇ ਹਾਂ ਜੋ ਕਿ ਇੱਕ ਕਹਾਣੀ ਹੈ ਜਿਸ ਦਾ ਨਾਮ ਹੈ ਭੁਲੱਕੜ ਕਾਟੋ। ਇਹ ਕਹਾਣੀ ਜੋ ਹੈ ਵਿਮੇਸ਼ਵਰ ਕੌਰ ਦੀ ਲਿਖੀ ਹੋਈ ਹੈ। ਆਓ ਇਸ ਕਹਾਣੀ ਨੂੰ ਪੜ੍ਹੀਏ। ਇਸ ਪਾਠ ਦਾ ਉਦੇਸ਼ ਹੈ ਕੁਝ ਜੀਵ ਜੰਤੂਆਂ ਦੇ ਸੁਭਾਅ ਅਤੇ ਕੁਦਰਤ ਦੇ ਨਿਯਮਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ। ਕਾਟੋ जो कि एक गलहरी है अपनी सहेलियां पूरो ते कालो कीड़ी नाल छुपन छुपाई खेडदी फिरदी सी। छुपन छुपाई मतलब लुकन मिटी। कदे ਉਹ चकानी दे के झाड़ी विच छुप जांदी ते कदे टपूसी मार के दरखत उपर चढ़ जांदी सी। टपूसी मतलब छलांग मारना। इन्ने नूं पूरो ते कालो नूं मम्मी ने आवाज़ मार दित्ती। दोवां नूं याद आया कि ओहो अज तां उहनां दी मम्मी ने कहा सी सर्दियाँ आउण वालियां ने राशन पानी इकट्ठा करना है। उन्होंने झटपट काटो नूं कहा तैनूं तां सौण दी आदत है ना, तू तां कई महीने अपने घरों बाहर ही नहीं आउणा। चल चलिए भोजन इकट्ठा करन। बड़ा मज़ा आएगा ना तैनूं ते जदों नींद खुलेगी, बसंत आ गई होवेगी, फिर तां फुल बूटे किन्ने सोहने लगणगे है ना काटो। चल छेती कर काटो, तू भी चल। बसंत मतलब बहार, स्प्रिंग सीजन। सो एक गलहरी ਅਤੇ ਉਸਦੀ ਦੋ ਸਹੇਲੀਆਂ ਜੋ ਕਿ ਕੀੜੀਆਂ ਹਨ ਪੂਰੋ ਤੇ ਕਾਲੋ, ਉਹਨਾਂ ਦੀ ਕਹਾਣੀ ਹੈ ਜਿਨ੍ਹਾਂ ਨਾਲ ਉਹ ਛੁਪਨ ਛੁਪਾਈ ਖੇਡਦੀ ਸੀਗੀ। ਠੀਕ ਹੈ, ਤੇ ਉਹ ਕਦੇ ਉਹ ਝਾੜੀ ਤੇ ਚੜ ਜਾਂਦੀ, ਉੱਥੇ ਛੁਪ ਜਾਂਦੀ ਤੇ ਕਦੇ ਛਲਾਂਗ ਮਾਰ ਕੇ ਦਰਖਤ ਉੱਪਰ ਵੀ ਚੜ ਜਾਂਦੀ। ਜਦੋਂ ਉਹ ਛੁਪਨ ਛੁਪਾਈ ਖੇਲਦੇ ਸਨ ਉਹਨੇ ਨੂੰ ਪੂਰੋ ਤੇ ਕਾਲੋ ਨੂੰ ਉਹਨਾਂ ਦੀ ਮੰਮੀ ਨੇ ਆਵਾਜ਼ ਮਾਰੀ ਤੇ ਉਹਨਾਂ ਨੂੰ ਯਾਦ ਆਇਆ कि अज तो उन्होंने मम्मी ने कहा सी कि सर्दियाँ आउण वालियां ने ते सर्दियाँ वास्ते उन्होंने राशन पानी इकट्ठा करना है। काटो जो कि गलहरी सी उसनूं ते सौण दी आदत सीगी, तो उसकी सहेलियां उसनूं कहंदियां हन तू तां कई महीने अपने घरों बाहर ही नहीं निकलना, चल साडे नाल चल भोजन इकट्ठा करन। बड़ा मज़ा आएगा ना तैनूं ते जब तक तू नींद च उठेगी तद तक बसंत रितु आ गई होवेगी, फिर तक किन्ने सोहने फुल बूटे भी खिले होणगे। चलो काटो जल्दी चलो। ਉਹ ਤਿੰਨੇ ਭੋਜਨ ਦੀ ਤਲਾਸ਼ ਵਿੱਚ ਤੁਰ ਪਈਆਂ। ਪੂਰੋ ਨੂੰ ਤੇ ਕਾਲੋ ਨੂੰ ਕੋਈ ਮੁਸ਼ਕਲ ਨਹੀਂ ਸੀ ਹੋਈ। ਉਹਨਾਂ ਨੂੰ ਇੱਕ ਕਣਕ ਦਾ ਦਾਣਾ ਮਿਲ ਗਿਆ। ਦੋਵੇਂ ਜਾਨੀਆਂ ਮਿਲ ਕੇ ਉਹਨੂੰ ਘਸੀਟ ਕੇ ਆਪਣੇ ਘਰ ਦੇ ਨੇੜੇ ਲੈ ਆਈਆਂ ਸਨ। ਉਹਨਾਂ ਦੀ ਮੰਮੀ ਨੇ ਜਦੋਂ ਦੋਹਾਂ ਨੂੰ ਆਉਂਦਿਆਂ ਤੱਕਿਆ ਤਾਂ ਉਹ ਆਪ ਵੀ ਬਾਹਰ ਆ ਗਈ। ਉਸਨੇ ਵੀ ਦਾਣੇ ਨੂੰ ਘਰ ਵੱਲ ਘਸੀਟਣਾ ਸ਼ੁਰੂ ਕਰ ਦਿੱਤਾ ਸੀ। ਉੱਧਰ ਕਾਟੋ ਨੇ ਵੀ ਭੋਜਨ ਦੀ ਭਾਲ ਵਿੱਚ ਬੀਜ, ਅੰਜੀਰ, ਪਿਸਤਾ, ਮੱਕੀ ਤੇ ਹੋਰ ਪਤਾ ਨਹੀਂ ਕਿੰਨੇ ਹੀ ਫੁੱਲਾਂ ਦੇ ਬੀਜ ਇਕੱਠੇ ਕਰਕੇ ਛੁਪਾ ਦਿੱਤੇ ਸਨ। ਉਹ ਬੜੀ ਖੁਸ਼ ਸੀ ਕਿ ਸਾਰੀਆਂ ਸਰਦੀਆਂ ਮਜ਼ੇ ਨਾਲ ਮਿੱਠੀ ਮਿੱਠੀ ਪਿਆਰੀ ਪਿਆਰੀ ਨੀਂਦ ਰਾਣੀ ਦੀ ਬੁੱਕਲ ਵਿੱਚ ਸੌਂ ਕੇ ਲੰਘਾਵੇਗੀ ਤੇ ਬਸੰਤ ਨੂੰ ਜਦੋਂ ਜਾਗੇਗੀ ਤਾਂ ਉਸ ਦੇ ਕੋਲ ਢੇਰ ਸਾਰਾ ਭੋਜਨ ਹੋਵੇਗਾ। ਫਿਰ ਉਹ ਰੱਜ ਰੱਜ ਕੇ ਖਾਏਗੀ, ਪੂਰੋ ਤੇ ਕਾਲੋ ਨਾਲ ਊਚ ਨੀਚ ਲੁਕਣ ਮੀਟੀ ਖੇਡੇਗੀ। ਕਿੰਨਾ ਮਜ਼ਾ ਆਏਗਾ ਜਦੋਂ ਕਾਲੋ ਉਸ ਨੂੰ ਲੱਭਦੀ ਰਹਿ ਜਾਏਗੀ। ਇੰਝ ਸੋਚਦੀ ਉਹ ਕਦੋਂ ਨੀਂਦ ਰਾਣੀ ਦੀ ਗੋਦੀ ਵਿੱਚ ਜਾ ਪਈ ਉਸਨੂੰ ਪਤਾ ਹੀ ਨਹੀਂ ਲੱਗਾ। ਉਹ ਤਿੰਨੋਂ ਜਾਣੀਆਂ ਭੋਜਨ ਦੀ ਭਾਲ ਵਿੱਚ ਨਿਕਲ ਪਈਆਂ। ਪੂਰੋ ਤੇ ਕਾਲੋ ਨੂੰ ਕੋਈ ਮੁਸ਼ਕਲ ਨਹੀਂ ਸੀ ਆਈ ਭੋਜਨ ਲੱਭਣ ਲਈ। ਉਹਨਾਂ ਨੇ ਕਣਕ ਦਾ ਦਾਣਾ ਲੱਭ ਲਿਆ ਤੇ ਉਹ ਦੋਨੋਂ ਜਾਣੀਆਂ ਕਣਕ ਦਾ ਦਾਣਾ ਘਸੀਟਦੀਆਂ ਹੋਈਆਂ ਆਪਣੇ ਘਰ ਤੱਕ ਲੈ ਗਈਆਂ। ਜਦੋਂ ਉਹ ਦਾਣਾ ਲੈ ਕੇ ਜਾ ਰਹੀਆਂ ਸਨ ਉਹਨਾਂ ਦੀ ਮੰਮੀ ਨੇ ਉਹਨਾਂ ਨੂੰ ਆਉਂਦੇ ਦੇਖ ਲਿਆ ਤੇ ਉਹ ਵੀ ਆਪਣੇ ਘਰ ਤੋਂ ਬਾਹਰ ਆ ਕੇ ਉਹਨਾਂ ਨਾਲ ਦਾਣਾ ਘਰ ਵੱਲ ਖਿੱਚ ਕੇ ਲਿਜਾਣ ਵਿੱਚ ਉਹਨਾਂ ਦੀ ਮਦਦ ਕਰਨ ਲੱਗੀ। ਦੂਜੇ ਪਾਸੇ ਕਾਟੋ ਨੇ ਵੀ ਆਪਣੇ ਭੋਜਨ ਲਈ ਬੀਜ, ਅੰਜੀਰ, ਪਿਸਤਾ, ਮੱਕੀ, ਪਤਾ ਨਹੀਂ ਹੋਰ ਕਿੰਨੇ ਹੀ ਫੁੱਲਾਂ ਦੇ ਬੀਜ ਇਕੱਠੇ ਕਰ ਲਏ ਸਨ ਤੇ ਉਹਨਾਂ ਨੂੰ ਛੁਪਾ ਦਿੱਤਾ ਸੀ। ਉਹ ਬੜੀ ਖੁਸ਼ ਸੀਗੀ ਕਿ ਉਹਨੇ ਢੇਰ ਸਾਰਾ ਭੋਜਨ ਇਕੱਠਾ ਕਰ ਲਿਆ ਤੇ ਹੁਣ ਸਾਰੀ ਸਰਦੀਆਂ ਉਹ ਮਜ਼ੇ ਨਾਲ ਸੋਏਗੀ ਤੇ ਜਦੋਂ ਸੋ ਕੇ ਉਹ ਉੱਠੇਗੀ ਉਸ ਕੋਲ ਢੇਰ ਸਾਰਾ ਭੋਜਨ ਹੋਵੇਗਾ। ਫਿਰ ਉਹ ਮਜ਼ੇ ਨਾਲ ਆਪਣਾ ਪੇਟ ਭਰ ਕੇ ਖਾਣਾ ਖਾਏਗੀ। ਪੂਰੋ ਤੇ ਕਾਲੋ ਨਾਲ ਲੁਕਣ ਮੀਟੀ ਊਚ ਨੀਚ ਖੇਡੇਗੀ। ਉਹਨੂੰ ਕਿੰਨਾ ਮਜ਼ਾ ਆਏਗਾ। ਜਦ ਤੱਕ ਉਹ ਇੰਨਾ ਹਜੇ ਸੋਚ ਹੀ ਰਹੀ ਸੀ ਉਹ ਕਦੋਂ ਤੱਕ ਉਹ ਸੋ ਗਈ ਉਸਨੂੰ ਪਤਾ ਹੀ ਨਹੀਂ ਚੱਲਿਆ। ਹੁਣ ਬਸੰਤ ਆ ਗਈ ਸੀ। ਚਾਰੇ ਪਾਸੇ ਪੰਛੀਆਂ ਦੀ ਮਿੱਠੀ ਮਿੱਠੀ ਚਹਿਕਦੀ ਗੁੰਜਾਰ ਸੀ। ਕੋਇਲ, ਕਬੂਤਰ, ਕਾਂ, ਚਿੜੀਆਂ ਸਾਰੇ ਹੀ ਬਸੰਤ ਦੇ ਆਗਮਨ ਉੱਤੇ ਖੁਸ਼ੀ ਨਾਲ ਫੁਦਕਦੇ ਫਿਰਦੇ ਸਨ। ਬਸੰਤ ਆ ਗਈ ਸੀ ਤੇ ਸਾਰੇ ਪਾਸੇ ਚਿੜੀਆਂ ਦੀ
ਤੇ ਪੰਛੀਆਂ ਦੀ ਚੀਂ ਚੀਂ ਕਰਦੀ ਮਹਿਕਦੀ ਗੁੰਜਾਰ ਸੀ, ਮਿੱਠੀ ਗੁੰਜਾਰ ਸੀ। ਕੋਇਲ, ਕਬੂਤਰ, ਕਾਂ, ਚਿੜੀਆਂ ਸਾਰੇ ਹੀ ਬਸੰਤ ਦੇ ਆਉਣ ਉੱਤੇ ਖੁਸ਼ੀ ਨਾਲ ਇੱਧਰ ਉੱਧਰ ਫੁਦਕਦੇ ਫਿਰਦੇ ਸਨ। ਹੁਣ ਕਾਲੋ ਤੇ ਪੂਰੋ ਵੀ ਉਸਨੂੰ ਖੇਡਣ ਲਈ ਘਰ ਬੁਲਾਉਣ ਆ ਗਈਆਂ। ਉਹ ਕੂਕ ਸੁੱਤੀ ਪਈ ਸੀ। ਦੋਹਾਂ ਨੇ ਉਸਨੂੰ ਕੁੱਤ-ਕਤਾੜੀਆਂ ਕੱਢ ਕੇ ਜਗਾਇਆ। ਜਦੋਂ ਕਾਟੋ ਨੇ ਅੱਖਾਂ ਖੋਲ੍ਹੀਆਂ ਤਾਂ ਉਸਨੂੰ ਬੜੇ ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ। ਝਟਪਟ ਉੱਠ ਕੇ ਉਹ ਪੂਰੋ ਤੇ ਕਾਲੋ ਨਾਲ ਬਾਹਰ ਆਈ ਤੇ ਆਪਣਾ ਭੋਜਨ ਲੱਭਣ ਲੱਗ ਪਈ। ਉਸਨੂੰ ਯਾਦ ਨਹੀਂ ਸੀ ਆ ਰਿਹਾ ਕਿ ਪਿਸਤਾ, ਅਖਰੋਟ, ਫੁੱਲਾਂ ਦੇ ਬੀਜ, ਮੱਕੀ, ਬੇਰ ਤੇ ਹੋਰ ਪਤਾ ਨਹੀਂ ਅਣਗਿਣਤ ਬੀਜ ਉਹਨੇ ਲੁਕਾ ਕੇ ਕਿੱਥੇ ਰੱਖੇ ਸਨ। ਉਹ ਲੱਭਦੀ ਲੱਭਦੀ ਥੱਕ ਗਈ। ਕਾਲੋ ਤੇ ਪੂਰੋ ਵੀ ਉਸਦੇ ਨਾਲ ਹੀ ਸਨ। ਬਸੰਤ ਦੇ ਆਉਣ 'ਤੇ ਉਹਦੀਆਂ ਸਹੇਲੀਆਂ ਉਸਨੂੰ ਘਰ ਬੁਲਾਉਣ ਆਈਆਂ ਤੇ ਉਹ ਆਰਾਮ ਦੇ ਨਾਲ ਗਹਿਰੀ ਨੀਂਦ ਵਿੱਚ ਸੁੱਤੀ ਪਈ ਸੀ। ਉਹਨਾਂ ਨੇ ਕੁੱਤ-ਕੁਤਾਰੀਆਂ ਕਰਕੇ ਉਸਨੂੰ ਜਗਾਇਆ ਤੇ ਜਦੋਂ ਕਾਟੋ ਨੇ ਅੱਖਾਂ ਖੋਲ੍ਹੀਆਂ ਉਸਨੂੰ ਬੜੀ ਜ਼ਿਆਦਾ ਭੁੱਖ ਲੱਗੀ ਹੋਈ ਸੀ। ਉਹ ਫਟਾਫਟ ਭੱਜ ਕੇ ਆਪਣੇ ਘਰ ਤੋਂ ਬਾਹਰ ਆਈ ਤੇ ਆਪਣਾ ਭੋਜਨ ਲੱਭਣ ਲੱਗ ਪਈ। ਲੇਕਿਨ ਉਸਨੂੰ ਯਾਦ ਹੀ ਨਹੀਂ ਆ ਰਿਹਾ ਸੀਗਾ ਕਿ ਉਸਨੇ ਆਪਣੇ ਭੋਜਨ ਜਾਂ ਜਿਹੜੇ ਆਪਣੇ ਬੀਜ ਉਹਨੇ ਇਕੱਠੇ ਕੀਤੇ ਸੀ ਉਹ ਉਸਨੇ ਕਿੱਥੇ ਲੁਕਾ ਕੇ ਰੱਖੇ ਹੋਏ ਸਨ। ਉਹ ਲੱਭਦੀ ਲੱਭਦੀ ਉਹਨਾਂ ਨੂੰ ਥੱਕ ਗਈ ਤੇ ਉਹਦੀਆਂ ਦੋਨੋਂ ਸਹੇਲੀਆਂ ਵੀ ਉਸ ਦੇ ਨਾਲ ਉਸਦੀ ਮਦਦ ਕਰਦੀਆਂ ਪਈਆਂ ਸਨ। ਉਹਨਾਂ ਨੇ ਵੇਖਿਆ ਕਾਟੋ ਦੇ ਘਰ ਦੇ ਬਾਹਰ ਕਿੰਨੇ ਸੋਹਣੇ ਸੋਹਣੇ ਰੰਗ ਬਿਰੰਗੇ ਫੁੱਲ ਖਿੜੇ ਪਏ ਸਨ ਤੇ ਕਾਟੋ ਮੁੜ ਖਾਣ ਲਈ ਭੋਜਨ ਲੱਭਣ ਤੁਰ ਪਈ ਸੀ। ਕਾਲੋ ਤੇ ਪੂਰੋ ਉਸਨੂੰ ਦਿਖਾ ਰਹੀਆਂ ਸਨ, ਦੇਖ ਕਾਟੋ, ਜਿੱਥੇ ਤੂੰ ਭੋਜਨ ਛੁਪਾਇਆ ਸੀ ਇਹੋ ਥਾਂ ਏ। ਵੇਖ ਵੇਖ ਕਿੰਨੇ ਸੋਹਣੇ ਸੋਹਣੇ ਫੁੱਲ ਉੱਗੇ ਪਏ ਨੇ ਤੇਰੇ ਘਰ ਦੇ ਬਾਹਰ। ਇਹ ਤਾਂ ਫੁੱਲਾਂ ਦੀ ਬਹਾਰ ਨਾਲ ਰੌਣਕ ਲੱਗੀ ਪਈ ਹੈ। ਪਤਾ ਇਹ ਉਹ ਬੀਜ ਨੇ ਜਿਹੜੇ ਤੂੰ ਭੋਜਨ ਲਈ ਛੁਪਾ ਕੇ ਰੱਖੇ ਸਨ। ਭੁਲੱਕੜੇ, ਇੱਥੇ ਹੀ ਤੇ ਤੂੰ ਮੱਕੀ, ਪਿਸਤਾ, ਬੇਰ ਵੀ ਦਬਾਏ ਸਨ। ਸੋਹਣੇ ਸੋਹਣੇ ਫੁੱਲਾਂ ਨੂੰ ਵੇਖ ਕੇ ਕਾਟੋ ਦੀ ਭੁੱਖ ਮਿਟ ਗਈ। ਉਹ ਖੂਬਸੂਰਤ ਵੰਨ-ਸੁਵੰਨੇ ਫੁੱਲਾਂ ਨੂੰ ਦੇਖ ਦੇਖ ਖੁਸ਼ ਹੋਣ ਲੱਗ ਪਈ। ਕਾਲੋ ਤੇ ਪੂਰੋ ਨੇ ਦੇਖਿਆ ਕਿ ਜਦੋਂ ਕਾਟੋ ਆਪਣਾ ਭੋਜਨ ਲੱਭ ਰਹੀ ਸੀ ਉਸ ਵੇਲੇ ਉਸਦੇ ਘਰ ਦੇ ਬਾਹਰ ਸੋਹਣੇ ਸੋਹਣੇ ਰੰਗ ਬਿਰੰਗੇ ਫੁੱਲ ਖਿੜੇ ਪਏ ਸਨ ਤੇ ਉਹਨਾਂ ਦੀ ਸਹੇਲੀ ਕਾਟੋ ਆਪਣਾ ਭੋਜਨ ਲੱਭਣ ਲਈ ਦੁਬਾਰਾ ਨਿਕਲ ਪਈ ਸੀ। ਕਾਲੋ ਤੇ ਪੂਰੋ ਨੇ ਉਸਨੂੰ ਦਿਖਾਇਆ ਕਿ ਦੇਖ, ਜਿੱਥੇ ਤੂੰ ਭੋਜਨ ਛੁਪਾਇਆ ਹੋਇਆ ਸੀ ਇਹ ਉਹੀ ਥਾਂ ਹੈ ਜਿੱਥੇ ਕਿੰਨੇ ਸੋਹਣੇ ਸੋਹਣੇ ਫੁੱਲ ਉੱਗੇ ਪਏ ਸਨ। ਇਹ ਉਹੀ ਥਾਂ ਹੈ ਜਿੱਥੇ ਤੂੰ ਆਪਣੇ ਪਿਸਤਾ, ਬੇਰ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਬੀਜ ਜਿਹੜੇ ਦਬਾ ਕੇ ਰੱਖੇ ਹੋਏ ਸਨ। ਕਾਟੋ ਨੇ ਉਹ ਸਾਰੇ ਸੋਹਣੇ ਸੋਹਣੇ ਫੁੱਲਾਂ ਨੂੰ ਦੇਖਿਆ ਤੇ ਉਹਨਾਂ ਨੂੰ ਦੇਖਦੇ ਹੀ ਉਸਦੀ ਭੁੱਖ ਖਤਮ ਹੋ ਗਈ। ਉਹ ਸੋਹਣੇ ਸੋਹਣੇ ਵੰਨ-ਸੁਵੰਨੇ ਤਰ੍ਹਾਂ ਤਰ੍ਹਾਂ ਦੇ ਫੁੱਲ ਦੇਖ ਕੇ ਖੁਸ਼ ਹੋਣ ਲੱਗ ਪਏ। ਇਸ ਪਾਠ ਦਾ ਕੇਂਦਰੀ ਭਾਵ ਇਹ ਹੈ ਕਿ ਕੁਦਰਤੀ ਰੂਪ ਵਿੱਚ ਹਰ ਜੀਵ ਦਾ ਸੁਭਾਅ, ਰਹਿਣ ਸਹਿਣ ਅਤੇ ਖਾਣ ਪੀਣ ਦਾ ਨਿਵੇਕਲਾ ਢੰਗ ਹੁੰਦਾ ਹੈ। ਬਸੰਤ ਰੁੱਤ ਦੀ ਸੁੰਦਰਤਾ ਦਾ ਸਿਰਫ ਮਨੁੱਖ ਹੀ ਨਹੀਂ ਸਗੋਂ ਜੀਵ ਜੰਤੂ ਵੀ ਆਨੰਦ ਮਾਣਦੇ ਹਨ। ਆਈ ਹੋਪ ਤੁਹਾਨੂੰ ਇਹ ਪਾਠ, ਇਹ ਕਹਾਣੀ ਸਮਝ ਆ ਗਈ ਹੈ। ਆਓ ਹੁਣ ਇਸ ਪਾਠ ਦੇ ਆਧਾਰ 'ਤੇ ਦਿੱਤੇ ਸ਼ਬਦ ਅਰਥ ਨੂੰ ਇੱਕ ਵਾਰੀ ਪੜ੍ਹੀਏ। ਛੁਪਨ ਛੁਪਾਈ, ਲੁਕਣ ਮੀਟੀ ਬੱਚਿਆਂ ਦੀ ਇੱਕ ਖੇਡ ਜਿਸ ਨੂੰ ਹਾਈਡ ਐਂਡ ਸੀਕ ਕਿਹਾ ਜਾਂਦਾ ਹੈ ਇੰਗਲਿਸ਼ ਵਿੱਚ। ਟਪੂਸੀ, ਛਲਾਂਗ, ਬਸੰਤ, ਬਹਾਰ। ਤਲਾਸ਼, ਭਾਲ, ਮੁਸ਼ਕਿਲ, ਔਕੜ ਜਾਂ ਔਖ। ਘਸੀਟਣਾ, ਖਿੱਚ ਕੇ ਲਿਜਾਣਾ। ਤੱਕਿਆ, ਵੇਖਿਆ। ਬੁੱਕਲ, ਗੋਦ। ਢੇਰ, ਬਹੁਤ ਸਾਰਾ। ਗੁੰਜਾਰ, ਗੂੰਜ, ਆਗਮਨ, ਆਉਣਾ। ਅਣਗਿਣਤ, ਜਿਸ ਦੀ ਗਿਣਤੀ ਨਾ ਹੋ ਸਕੇ। ਰੰਗ ਬਿਰੰਗੇ, ਵੱਖ ਵੱਖ ਰੰਗਾਂ ਦੇ। ਮੁੜ, ਦੁਬਾਰਾ। ਭੋਜਨ, ਖਾਣਾ। ਭੁਲੱਕੜ, ਜਿਸ ਨੂੰ ਕੋਈ ਗੱਲ ਯਾਦ ਨਾ ਰਹੇ। ਤੇ ਇਸ ਕਵਿਤਾ ਵਿੱਚ ਭੁਲੱਕੜ ਕੌਣ ਸੀ? ਇਸ ਕਹਾਣੀ ਵਿੱਚ ਭੁਲੱਕੜ ਕੌਣ ਸੀ? ਕਾਟੋ, ਜੋ ਕਿ ਗਲਹਿਰੀ ਸੀ ਜਿਸ ਨੂੰ ਕੋਈ ਵੀ ਗੱਲ ਯਾਦ ਨਹੀਂ ਸੀ ਰਹਿੰਦੀ। ਮਿਟ ਗਈ, ਖਤਮ ਹੋ ਗਈ। ਵੰਨ-ਸੁਵੰਨੇ, ਤਰ੍ਹਾਂ ਤਰ੍ਹਾਂ ਦੇ। ਆਈ ਹੋਪ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੈ। ਇਹਨਾਂ ਸ਼ਬਦ ਅਰਥਾਂ ਨੂੰ ਇੱਕ ਵਾਰੀ ਪੜ੍ਹੋ। ਇਸ ਕਹਾਣੀ ਨੂੰ, ਇਸ ਪਾਠ ਨੂੰ ਵੀ ਇੱਕ ਵਾਰੀ ਦੁਬਾਰਾ ਤੋਂ ਪੜ੍ਹੋ ਤੇ ਇਹ ਸ਼ਬਦ ਅਰਥ ਆਪਣੀ ਨੋਟਬੁੱਕਸ 'ਤੇ ਨੋਟ ਕਰੋ ਤੇ ਇਹਨਾਂ ਨੂੰ ਯਾਦ ਕਰੋ। ਥੈਂਕ ਯੂ।